ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨ ਵਿਛੁਰਨ ਪਾਵਾ। ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸ਼ੁੱਧ ਲਹਿ। ਬੱਬਾ ਭੇਦੈ ਭੇਦ ਮਿਲਾਵਾ, ਅਬ ਭਉ ਭਾਨ ਭਰੋਸੋ ਆਵਾ। ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਮਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ। ਮਤ ਕੋਈ ਮਨ ਮਿਲਤਾ ਬਿਲਮਾਵੈ, ਮਗਨ ਭਇਆ ਤੇ ਸੋ ਸਚ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਜਿਉਂ-ਜਿਉਂ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ, ਜਿਸ ਦਾ ਸਿਰਲੇਖ 52 ਅੱਖਰੀ ਹੈ। ਕਮਾਲ ਹੈ ਭਗਤ ਜੀ ਦੇ ਕਿ ਉਹਨਾਂ ਨੇ ਕੈਸਾ ਅਨੁਭਵ ਪ੍ਰਾਪਤ ਕੀਤਾ, ਔਰ ਉਹ ਅਨੁਭਵ ਸਾਡੇ ਵਰਗੇ ਜਗਿਆਸੂਆਂ ਨੂੰ, ਕਲਯੁਗੀ ਜੀਵਾਂ ਨੂੰ ਉਸ ਅਨੁਭਵ ਦੇ ਨਾਲ ਉਹਨਾਂ ਨੇ ਉਸ ਔਖੀ ਘਾਟੀ ਨੂੰ ਲੰਘਣ ਲਈ ਸੌਖਾ ਰਸਤਾ ਦੱਸਿਆ। ਪਰ ਮੈਂ ਇਹ ਵੀ ਸਮਝਦਾ ਕਿ ਕਿਤਨੇ ਕੁ ਗੁਰੂ ਪਿਆਰੇ ਹਨ ਜੋ ਬਾਣੀ ਦਾ ਪਾਠ ਕਰਦਿਆਂ ਇੰਨੀ ਸੂਖਸ਼ਮਤਾ ਨਾਲ ਬਾਣੀ ਨੂੰ ਸਮਝਣ ਦਾ ਯਤਨ ਕਰਦੇ ਨੇ, ਕਿਉਂਕਿ ਦਾਸ ਆਪਣੇ ਬੀਤੇ ਸਮੇਂ ਉੱਤੇ ਜਦੋਂ ਨਜ਼ਰ ਮਾਰਦਾ, ਪਤਾ ਨਹੀਂ ਕਿਤਨੇ ਪਾਠ ਕੀਤੇ ਹਨ, ਕਿਤਨੇ ਵਿਦਿਆਰਥੀ ਪੜ੍ਹਾਏ ਹਨ, ਔਰ ਕਦੋਂ ਦੇ ਪਾਠਾਂ ਵਿੱਚ ਲੱਗੇ, ਪਰ ਸੱਚਮੁੱਚ ਇੰਨੀ ਡੂੰਘਾਈ ਨਾਲ ਕਦੇ ਵਿਚਾਰ ਕਰਨ ਦਾ ਯਤਨ ਨਹੀਂ ਕੀਤਾ। ਹੁਣ ਭਗਤ ਜੀ ਬੱਬੇ ਅੱਖਰ ਦੁਆਰਾ ਸਿੱਖਿਆ ਦਿੰਦੇ ਹਨ। ਹੇ ਭਾਈ, ਬੱਬੇ ਅੱਖਰ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ। ਬੱਬਾ ਬਿੰਦੈ ਬਿੰਦ ਮਿਲਾਵਾ, ਜਿਸ ਤਰ੍ਹਾਂ ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਜਾਏ, ਫਿਰ ਉਹ ਕੀ ਬਣ ਜਾਂਦੀ? ਪਾਣੀ ਬਣ ਜਾਂਦੀ। ਜਿਸ ਤਰ੍ਹਾਂ ਬੂੰਦ ਪਾਣੀ ਵਿੱਚ ਮਿਲ ਕੇ ਪਾਣੀ ਦਾ ਰੂਪ ਹੋ ਗਈ, ਔਰ ਜਦੋਂ ਉਹ ਪਾਣੀ ਨਾਲ ਮਿਲ ਜਾਂਦੀ ਹੈ, ਹੁਣ ਉਹ ਇੱਕ ਮਿਕ ਹੋ ਗਈ, ਹੁਣ ਦਾ ਵੱਖਰਾਪਨ ਖਤਮ ਹੋ ਗਿਆ। ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨ ਵਿਛੁਰਨ ਪਾਵਾ। ਹੁਣ ਉਹ ਬੂੰਦ ਪਾਣੀ ਨਾਲ ਮਿਲ ਕੇ ਫਿਰ ਵਿਛੜ ਨਹੀਂ ਸਕਦੀ, ਭਾਵ ਉਸ ਨੂੰ ਨਖੇੜਿਆ ਨਹੀਂ ਜਾ ਸਕਦਾ। ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਉਹਨਾਂ ਨੇ ਸੁਖਮਨੀ ਸਾਹਿਬ ਵਿੱਚ ਸਮਝਾਇਆ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਆਖਿਆ ਜਿਸ ਤਰ੍ਹਾਂ ਜਲ ਮੈਂ ਜਲ ਆਏ ਖਟਾਨਾ, ਗੱਲ ਉਹ ਹੀ ਹੈ ਜਿਵੇਂ ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਕੇ ਪਾਣੀ ਦਾ ਰੂਪ ਹੋ ਗਈ, ਫਿਰ ਉਹ ਵਿਛੜ ਨਹੀਂ ਸਕਦੀ। ਉਸ ਪਾਣੀ ਦੀ ਬੂੰਦ ਨੂੰ ਪਾਣੀ ਵਿੱਚੋਂ ਕੋਈ ਵੱਖਰਾ ਕਰਨਾ ਚਾਹੇ, ਇਹ ਕਾਰਜ ਨਹੀਂ ਹੋ ਸਕਦਾ। ਤੋ ਭਗਤ ਜੀ ਕਹਿੰਦੇ ਨੇ, ਇਸੇ ਤਰ੍ਹਾਂ ਜੇ ਜੀਵ ਪਰਮਾਤਮਾ ਦੇ ਵਿੱਚੋਂ ਆਇਆ ਹੈ, ਪਰਮਾਤਮਾ ਨਾਲ ਮਿਲ ਜਾਏ, ਫਿਰ ਇਹਨੂੰ ਕੋਈ ਵਿਛੋੜ ਨਹੀਂ ਸਕਦਾ।
ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨ ਵਿਛੁਰਨ ਪਾਵਾ, ਬੰਦੋ ਹੋਏ ਬੰਦਗੀ ਗਹਿ। ਜੇ ਕੋਈ ਬੰਦੋ ਹੋਏ, ਬੰਦੋ ਦਾ ਮਤਲਬ ਹੈ ਸੇਵਕ ਬਣ ਕੇ, ਗੁਲਾਮ ਬਣ ਕੇ, ਆਪਣੀ ਹਉਮੈ ਮਿਟਾ ਕੇ, ਕੋਈ ਇੱਕ ਮਨ ਇੱਕ ਚਿੱਤ ਹੋ ਕੇ ਬੰਦਗੀ ਗਹਿ, ਪਰਮਾਤਮਾ ਦੇ ਸਿਮਰਨ ਕਰਨ ਵਿੱਚ ਲੱਗ ਜਾਏ। ਬੰਦੋ ਹੋਏ ਬੰਦਗੀ ਗਹਿ, ਗੁਰਬਾਣੀ ਗੁਰੂ ਜੀ ਤੇ ਫਰਮਾਉਂਦੇ ਨੇ, ਬੰਦੇ ਦਾ ਅਰਥ ਇਹ ਹੈ, ਬੰਦਾ ਕਹਿੰਦੇ ਹੀ ਉਸ ਨੂੰ ਨੇ ਜਿਹੜਾ ਬੰਦਗੀ ਕਰਦਾ। ਬੰਦਗੀ ਕਰੇ ਤਾਂ ਬੰਦਾ, ਬਿਨਾਂ ਬੰਦਗੀ ਗੰਦਾ। ਇਸੇ ਲਈ ਭਗਤ ਜੀ ਨੇ ਬੜੀ ਬਰੀਕੀ ਵਿੱਚ ਆ ਕੇ ਸਮਝਾਇਆ। ਆਖਿਆ, ਹੈ ਭਾਈ, ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਬੜਾ ਦੁਰਲਭ ਹੈ। ਕਬੀਰ ਮਾਨੁਖ ਜਨਮ ਦੁਲੰਭ ਹੈ, ਹੋਤ ਨ ਬਾਰੰਬਾਰ। ਜਿਉ ਬਨ ਫਲ ਪਾਕੇ ਭੋਏ ਘਿਰੇ, ਬਹੁਰ ਨ ਲਾਗੇ ਢਾਰ। ਆਖਿਆ, ਹੈ ਭਾਈ, ਇਹ ਬੜੀ ਦੁਰਲਭ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹ ਲਾਹੁ। ਬੰਦੋ ਹੋਏ ਬੰਦਗੀ ਗਹਿ। ਜੇ ਕੋਈ ਪਰਮਾਤਮਾ ਦਾ ਸੇਵਕ ਬਣ ਕੇ, ਗੁਲਾਮ ਬਣ ਕੇ, ਆਪਣੀ ਹਉਮੈ ਤਿਆਗ ਕੇ ਤੇ ਬੰਦਗੀ ਨੂੰ ਗ੍ਰਹਿਣ ਕਰੇ, ਪਕੜ ਲਵੇ, ਭਾਵ ਬੰਦਗੀ ਦੇ ਰਾਹ ਤੇ ਤੁਰ ਪਵੇ। ਬੰਦਕ ਹੋਏ ਬੰਦ ਸੁਧ ਲੈ। ਬੰਦਕ ਹੋਏ, ਫਿਰ ਪਰਮਾਤਮਾ ਦੀ ਦਰਗਾਹ ਦਾ ਕੀਰਤਨੀਆ ਬਣੇ, ਢਾਡੀ ਬਣੇ, ਉਹਦੇ ਦਰ ਦਾ ਬੰਦਨਾ ਕਰਨ ਵਾਲਾ ਬਣੇ। ਫਿਰ ਉਸ ਨੂੰ ਬੰਦ ਸੁਧ ਲੈ। ਇਹ ਜਿਹੜੇ ਮਾਇਆ ਦੇ ਬੰਧਨ ਹਨ, ਇਹਨਾਂ ਦੀ ਸੋਝੀ ਆ ਜਾਂਦੀ, ਉਹਨੂੰ ਪਤਾ ਲੱਗ ਜਾਂਦਾ ਕਿ ਇਹ ਮਾਇਆ ਜਿਹੜੀ ਹੈ, ਇਹ ਸਾਨੂੰ ਪਰਮਾਤਮਾ ਤੋਂ ਤੋੜਦੀ ਹੈ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ, ਕੋਈ ਜਾਣੈ ਕਮਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ, ਤਾਕੀ ਨਿਰਮਲ ਰੀਤ। ਫਿਰ ਬੜੇ ਵਿਸਥਾਰ ਨਾਲ ਸਮਝਾਇਆ। ਅਸੀਂ ਕਿੱਥੇ ਕਿੱਥੇ ਭੁੱਲ ਜਾਂਦੇ ਹਾਂ। ਮਾਤ ਪਿਤਾ ਬਣਤਾ ਸੁਤ ਬੰਦਪ, ਇਸ਼ਟ ਮੀਤ ਹਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨ ਸਹਾਈ। ਜਿਨ੍ਹਾਂ ਦੇ ਮੋਹ ਵਿੱਚ ਪੈ ਕੇ, ਪਿਆਰ ਵਿੱਚ ਪੈ ਕੇ ਅਸੀਂ ਪਰਮਾਤਮਾ ਵਾਲੇ ਪਾਸਿਓਂ ਟੁੱਟ ਜਾਂਦੇ। ਛੱਡ ਖੜੋ ਤੇ ਖਿਨੇ ਮਾਏ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸੇਤ। ਕੋਈ ਮਿੱਤਰ ਨਹੀਂ ਬਣਦਾ। ਉਹ ਸਾਰੇ ਕਸ਼ਟ ਇਸ ਜੀਵ ਨੂੰ ਹੀ ਸਹਿਨ ਕਰਨੇ ਪੈਂਦੇ। ਫਿਰ ਕਈ ਲੋਕ ਹੋਰ ਚੀਜ਼ਾਂ ਨੂੰ ਆਪਣਾ ਮਿੱਤਰ ਸਮਝਦੇ। ਕੋਈ ਆਂਦਾ ਹੀਰੇ ਮੋਤੀ ਜਵਾਹਰਾਤ ਮੇਰੇ ਮਿੱਤਰ ਨੇ, ਕੋਈ ਆਂਦਾ ਹਾਥੀ ਘੋੜੇ ਮੇਰੇ ਮਿੱਤਰ ਨੇ, ਪਰ ਇਹ ਸਭ ਭੁਲੇਖਾ। ਹਾਂ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ, ਉਹ ਸਤਸੰਗ ਵਿੱਚ ਮਿਲਦੇ। ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਨਾਨਕ ਇਆਂ ਸੁਖ
आगे मुख उजल संग संतन कह पाइए। तो इस दो पंक्तियां दे अंदर भगत कबीर जी ने किड्डी वड्डी गल समझाई। बब्बा बिंदै बिंद मिलावा, बिंदै बिंद न बिछुरन पावा। बंदो होए बंदगी गह, ਬੰਦਕ ਹੋਏ ਬੰਦ ਸੁਧ ਲੈ। ਉਹਨੂੰ ਸੋਝੀ ਆ ਜਾਂਦੀ ਕਿ ਇਹ ਮਾਇਆ ਗੁਜਰਾਨ ਵਾਸਤੇ ਹੈ। ਜੇ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਾਂਗੇ ਇਹ ਫਿਰ ਮੈਨੂੰ ਫਾਈ ਵਿੱਚ ਪਾ ਦੇ। ਇਸੇ ਤਰ੍ਹਾਂ ਫਿਰ ਭੱਬੇ ਅੱਖਰ ਦੁਆਰਾ ਸਿੱਖਿਆ। ਬੱਬਾ ਭੇਦੈ ਭੇਦ ਮਿਲਾਵਾ, ਭੱਬੇ ਅੱਖਰ ਦੁਆਰਾ ਸਿੱਖਿਆ ਦਿੰਦੇ। ਜਿਸ ਨੂੰ ਸਮਝ ਆ ਜਾਂਦੀ ਉਹ ਫਿਰ ਜਿਹੜਾ ਭੇਦ ਅੰਤਰ ਫਰਕ ਪਿਆ ਪਰਮਾਤਮਾ ਨਾਲੋਂ ਉਸ ਭੇਦ ਨੂੰ ਦੂਰ ਕਰ ਲੈਂਦਾ। ਭਾਵ ਉਸ ਦੂਰੀ ਨੂੰ, ਵੱਖਰੇਪਨ ਨੂੰ, ਆਪਣੀ ਹਉਮੈ ਨੂੰ ਮਿਟਾ ਲੈਂਦਾ। ਭੱਬਾ ਭੇਦੈ ਭੇਦ ਮਿਲਾਵਾ, ਅੰਤਰ ਪਿਆ ਹੋਇਆ, ਦੂਰੀ ਪਈ ਹੋਈ। ਇਸ ਦੂਰੀ ਨੂੰ ਖਤਮ ਕਰਕੇ ਉਸ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹਦਾ ਸਿਮਰਨ ਕਰਦਾ ਹੈ, ਉਹਨੂੰ ਹਾਜ਼ਰ ਨਾਜ਼ਰ ਸਮਝਦਾ। ਇਸੇ ਲਈ ਪੁਰਾਤਨ ਗੁਰਸਿੱਖ ਹਮੇਸ਼ਾ ਅਰਦਾਸ ਕਰਦੇ ਸਨ, ਹੇ ਵਾਹਿਗੁਰੂ ਸਾਨੂੰ ਆਪਣੀ ਹਜ਼ੂਰੀ ਦਾ ਦਾਨ ਦਿਓ। ਮੈਂ ਇੱਕ ਗੁਰਮੁਖ ਨੂੰ ਪੁੱਛਿਆ ਇਹਦਾ ਕੀ ਮਤਲਬ ਹੈ। ਉਹ ਕਹਿਣ ਲੱਗੇ ਇਹਦਾ ਮਤਲਬ ਇਹ ਹੈ ਕਿ ਹੇ ਪਰਮਾਤਮਾ ਸਾਨੂੰ ਐਸਾ ਨਿਸ਼ਚਾ ਦੇ ਕਿ ਅਸੀਂ ਹਰ ਵੇਲੇ ਤੈਨੂੰ ਹਾਜ਼ਰ ਨਾਜ਼ਰ ਸਮਝੀਏ। ਹੁਣ ਜਿਸ ਨੇ ਹਾਜ਼ਰ ਨਾਜ਼ਰ ਸਮਝ ਲਿਆ ਉਹਦੀ ਦੂਰੀ ਖਤਮ ਹੋ ਗਈ। ਉਹਦੀ ਅਵਸਥਾ ਕੀ ਹੋਵੇਗੀ? ਜਾਂ ਜਾਂ ਵੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ। ਰਬ ਰਿਹਾ ਸਰਬਤਰ ਮੈਂ, ਮਨ ਸਦਾ ਤੇ ਆਈ। ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਨੀਐ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਪਨੀਐ। ਪ੍ਰਤਪਾਲੈ ਅਪਿਆਉ ਦੇ, ਕਛ ਊਨ ਨਾ ਹੋਈ। ਸਾਸ ਸਾਸ ਸਮਾਲਤਾ, ਮੇਰਾ ਪ੍ਰਭ ਸੋਈ। ਅਛਲ ਅਛੇਦ ਅਪਾਰ ਪ੍ਰਭ, ਊਚਾ ਜਾ ਕਾ ਰੂਪ। ਜਪ ਜਪ ਕਰੈ ਆਨੰਦ ਜਨ, ਅਚਰਜ ਆਨੂਪ। ਸਾਮਤ ਦੇਹੁ ਦਿਆਲ ਪ੍ਰਭ, ਜਿਤ ਤੁਮੈ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਤੋ ਜਿਸ ਭਾਗਸ਼ਾਲੀ ਮਨੁੱਖ ਨੇ ਇਹ ਭੇਦ, ਇਹ ਦੂਰੀ, ਇਹ ਅੰਤਰਾ ਖਤਮ ਕਰ ਲਿਆ ਤੇ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਅੰਦਰ ਸਮਝ ਲਿਆ। ਭੱਬਾ ਭੇਦੈ ਭੇਦ ਮਿਲਾਵਾ, ਅਬ ਭਉ ਭਾਨ ਭਰੋਸੋ ਆਵਾ। ਅਬ ਹੁਣ ਉਹ ਜਿਹੜਾ ਡਰ ਸੀ ਉਹ ਦੂਰ ਹੋ ਗਿਆ ਤੇ ਅੰਦਰ ਭਰੋਸਾ ਜਾਗ ਪਿਆ। ਇਹ ਭਰੋਸਾ ਜਿਨ੍ਹਾਂ ਦੇ ਅੰਦਰ ਜਾਗ ਪੈਂਦਾ ਉਹਨਾਂ ਦੀ ਅਵਸਥਾ ਕੀ ਬਣ ਜਾਂਦੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਭੈਰੋ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਜਿਸ ਵਿੱਚ ਮਹਾਰਾਜ ਕਹਿੰਦੇ ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਉਹਨਾਂ ਦੀ ਸਾਰੀ ਚਿੰਤਾ, ਸਾਰੇ ਫਿਕਰ ਖਤਮ ਹੋ ਜਾਂਦੇ ਔਰ ਉਹਨਾਂ ਦੇ ਅੰਦਰ ਭਰੋਸਾ ਜਾਗ ਪੈਂਦਾ। ਭੱਬਾ ਭੇਦੈ ਭੇਦ ਮਿਲਾਵਾ, ਇਸ ਅੰਤਰੇ ਨੂੰ, ਇਸ ਦੂਰੀ ਨੂੰ, ਇਸ ਵੱਖਰੇਪਨ ਨੂੰ ਖਤਮ ਕਰ ਜਿਸ ਨੇ ਆਪਣੇ ਆਪ ਨੂੰ ਪਰਮਾਤਮਾ ਨਾਲ ਮੇਲ ਲਿਆ
ਉਹਦੇ ਸਾਰੇ ਡਰ ਦੂਰ ਹੋ ਗਏ। ਅਬ ਭਉ ਭਾਨ ਭਰੋਸਾ ਆਵਾ, ਜਿਹਨੂੰ ਅਸੀਂ ਸਿਦਕ ਦਾਨ ਕਹਿੰਦੇ, ਭਰੋਸਾ ਦਾਨ ਕਹਿੰਦੇ, ਉਹਦੇ ਅੰਦਰ ਭਰੋਸਾ ਪੈਦਾ ਹੋ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ। ਅਬ ਭਉ ਭਾਨ ਭਰੋਸੋ ਆਵਾ, ਜੋ ਬਾਹਰ ਸੋ ਭੀਤਰ ਜਾਣਿਆ। ਜੋ ਪਰਮਾਤਮਾ ਬਾਹਰ ਹੈ ਉਹਨੂੰ ਆਪਣੇ ਅੰਦਰ, ਜੋ ਅੰਦਰ ਹੈ ਉਸ ਨੂੰ ਬਾਹਰ ਦੇਖ ਲਿਆ। ਭਾਵ ਹਰ ਜਗ੍ਹਾ ਤੇ ਮੌਜੂਦ ਹੈ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਹੈ। ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਨਹਾਰ, ਅਨਗ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਹੁਣ ਭਇਆ ਭੇਦ ਸਮਝ ਆ ਗਈ। ਹੁਣ ਉਹ ਰਾਜ਼, ਉਹ ਡੂੰਘੀ ਗੱਲ ਜਿਹੜੀ ਸੀ ਨਾ, ਹੁਣ ਸਮਝ ਆ ਗਈ। ਜਦੋਂ ਸਮਝ ਆ ਗਈ, ਭੂਪਤ ਪਹਿਚਾਨਿਆ, ਉਹ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹਦੇ ਨਾਲ ਸਾਂਝ ਪੈ ਗਈ। ਤੇ ਜਿਹਦੀ ਸਾਂਝ ਉਸ ਪਰਮਾਤਮਾ ਨਾਲ ਬਣ ਜਾਏ, ਉਹਨੂੰ ਫਿਰ ਕਿਸੇ ਦਾ ਡਰ ਨਹੀਂ ਰਹਿੰਦਾ। ਮੰਮਾ ਮੂਲ ਗਿਆ ਮਨ ਮਾਨੈ, ਮੰਮੇ ਅੱਖਰ ਦੁਆਰਾ ਸਿੱਖਿਆ ਦਿੰਦੇ। ਮੂਲ ਸਾਨੂੰ ਤੇ ਪਤਾ ਹੀ ਨਹੀਂ ਕਿ ਸਾਡਾ ਮੂਲ ਕੀ ਹੈ। ਇਸੇ ਲਈ ਗੁਰਬਾਣੀ ਸਾਨੂੰ ਪ੍ਰੇਰਨਾ ਕਰਦੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੰਮਾ ਮੂਲ ਗਿਆ, ਸਾਰੇ ਜਗਤ ਦਾ ਮੂਲ ਕੌਣ ਹੈ? ਸਾਰੇ ਜਗਤ ਦਾ ਮੁੱਢ ਕੌਣ ਹੈ? ਸਿੰਚਨ ਹਾਰੈ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਉਹ ਮੂਲ ਹੈ, ਉਹ ਸੰਸਾਰ ਦੀ ਪਾਲਣਾ ਕਰਨ ਵਾਲਾ, ਪੈਦਾ ਕਰਨ ਵਾਲਾ, ਮਾਰਨ ਵਾਲਾ। ਲੋਕ ਤੇ ਵੱਖ-ਵੱਖ ਦੇਵੀ ਦੇਵਤੇ ਬਣਾਈ ਫਿਰਦੇ ਨੇ। ਕੋਈ ਆਂਦਾ ਬ੍ਰਹਮਾ ਪੈਦਾ ਕਰਦਾ, ਵਿਸ਼ਨੂੰ ਪਾਲਦਾ, ਸ਼ਿਵ ਜੀ ਮਾਰਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਉਹੀ ਕੋਈ ਪਰਮਾਤਮਾ ਹੈ ਜਿਹੜਾ ਪੈਦਾ ਕਰਦਾ ਹੈ, ਪਾਲਦਾ ਹੈ ਤੇ ਮਾਰਦਾ। ਉਹੋ ਹੀ ਸਭ ਦੇ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਘਾਲਣ ਵਾਲਾ। ਤੋ ਕਬੀਰ ਜੀ ਕਹਿੰਦੇ ਨੇ, ਮੰਮਾ ਮੂਲ ਗਿਆ ਮਨ ਮਾਨੈ। ਜਿਸ ਨੇ ਮੂਲ ਨੂੰ ਪਕੜ ਲਿਆ, ਜਿਸ ਨੇ ਸਾਰੇ ਸੰਸਾਰ ਦੇ ਮੁੱਢ ਨੂੰ ਪਾ ਲਿਆ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ, ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ, ਮੇਰਾ ਤੇ ਗੁਰੂ ਉਹ ਹੀ ਹੈ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਮੇਰਾ ਤੇ ਉਹੀ ਗੁਰੂ ਹੈ ਜਿਹੜਾ ਆਦ ਤੋਂ ਲੈ ਕੇ ਅੰਤ ਤੀਕਰ ਇੱਕੋ ਹੀ ਹੈ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ। ਤੋ ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ। ਹੁਣ ਮਰਮੀ ਕਿਸ ਨੂੰ ਕਹਿੰਦੇ? ਮਰਮ ਦਾ ਮਤਲਬ ਹੈ ਭੇਤ, ਤੇ ਮਰਮੀ ਦਾ ਮਤਲਬ ਹੈ ਭੇਤੀ। ਜਿਹੜਾ ਇਸ ਅਸਲੀਅਤ ਨੂੰ ਸਮਝ ਲੈਂਦਾ ਉਹ ਭੇਤੀ ਹੈ। ਤੇ ਜਿਹੜਾ ਭੇਤੀ ਹੋ ਗਿਆ, ਜਿਹਨੂੰ ਇਹ ਗੱਲ ਸਮਝ ਆ ਗਈ, ਸੋ ਮਨ ਕੋ ਜਾਣੈ, ਉਹ ਫਿਰ ਮਨ ਦੀ ਅਸਲੀਅਤ ਸਮਝ ਲੈਂਦਾ। ਉਹ ਮਨ ਨੂੰ ਕਾਬੂ ਕਰਨ ਦਾ ਤਰੀਕਾ ਜਾਣ ਲੈਂਦਾ। ਫਿਰ ਭਗਤ ਜੀ ਕਹਿੰਦੇ ਨੇ, ਮਤ ਕੋਈ ਮਨ ਮਿਲਤਾ ਬਿਲਮਾਵੇ। ਉਹ ਭਾਗਾਂ ਵਾਲਿਓ, ਜੇ ਕਿਸੇ ਦਾ ਮਨ ਪਰਮਾਤਮਾ ਵੱਲ ਲੱਗੇ, ਇਹਦੇ 'ਚ ਦੇਰੀ ਨਾ ਕਰਿਓ, ਮਤਾਂ ਬਿਲਮ ਕਰੋ, ਤਾਲ ਮਟੋਲ ਨਾ ਕਰੋ।
ਕਈ ਵਾਰੀ ਮਨੁੱਖੀ ਸੁਭਾਅ ਹੁੰਦਾ, ਕੋਈ ਨਹੀਂ ਜੀ ਕੱਲ ਕਰ ਲਾਂਗੇ, ਅੱਜ ਕਰ ਲਾਂਗੇ, ਫਲਾਣੇ ਵੇਲੇ ਕਰ। ਭਗਤ ਜੀ ਕਹਿੰਦੇ ਨਾ, ਇਸ ਤਰ੍ਹਾਂ ਦੀ ਟਾਲ ਮਟੋਲ ਬੜੀ ਘਾਟੇਬੰਦੀ ਹੈ। ਕਬੀਰ ਟਾਲੈ ਟੋਲੇ ਦਿਨ ਗਿਆ, ਵਿਆਜ ਬਢਨ ਤੋਂ ਜਾਏ। ਨਾ ਹਰ ਭਜਿਓ ਨ ਖਤ ਫਟਿਓ, ਕਾਲ ਪਹੁੰਚੋ ਆਏ। ਮਤ ਕੋਈ ਮਨ ਮਿਲਤਾ ਬਿਰਮਾਵੇ। ਜੇ ਕਦੇ ਮਨ ਜੁੜੇ, ਇਹਨੂੰ ਜੁੜਨ ਦਿਓ, ਸ਼ੁਕਰ ਕਰੋ, ਇਹ ਜੁੜਿਆ ਤੇ ਹੈ, ਇਹ ਲੱਗਾ ਤੇ ਹੈ। ਕਲਗੀਆਂ ਵਾਲੇ ਪਾਤਸ਼ਾਹ ਤੇ ਕਹਿੰਦੇ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਆਮ ਤੌਰ ਤੇ ਦੇਖਿਆ ਲੋਕ ਸ਼ਿਕਾਇਤ ਕਰਦੇ ਜੀ ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਨਹੀਂ ਜੁੜਦਾ। ਯਾਦ ਰੱਖੋ, ਮਨ ਵੀ ਸਾਡਾ ਹੈ ਤੇ ਜੋੜਨਾ ਵੀ ਅਸੀਂ ਹੈ। ਕਿਸੇ ਨੇ ਬਾਹਰੋਂ ਆ ਕੇ ਨਹੀਂ ਜੋੜਨਾ। ਇਸ ਲਈ ਸਾਰੀ ਗੁਰਬਾਣੀ ਵਿੱਚ ਮਨ ਨੂੰ ਸੰਬੋਧਨ ਕੀਤਾ। ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਸੁਣ ਰੇ ਮਨਾ। ਮਨ ਨੂੰ ਸਮਝਾਉਣ ਲਈ ਬੜਾ ਉਪਦੇਸ਼ ਕੀਤਾ। ਹਾਂ, ਇਹ ਠੀਕ ਹੈ ਕਿ ਹਰ ਵੇਲੇ ਮਨ ਨਹੀਂ ਜੁੜਦਾ, ਪਰ ਕਈ ਵਾਰੀ ਇਹਦੇ ਅੰਦਰ ਵੈਰਾਗ ਪੈਦਾ ਹੁੰਦਾ। ਕਈ ਵਾਰੀ ਇਸ ਨੂੰ ਚੰਗੀ ਸੰਗਤ ਮਿਲਦੀ ਹੈ, ਕਈ ਵਾਰੀ ਇਹਦੇ ਅੰਦਰੋਂ ਆਪ ਹੀ ਉੱਠਦਾ। ਜੇ ਐਸਾ ਕਿਸੇ ਭਾਗਸ਼ਾਲੀ ਨੂੰ ਪ੍ਰੇਰਨਾ ਮਿਲੇ ਤੇ ਭਗਤ ਜੀ ਕਹਿੰਦੇ ਨੇ ਮਤ ਕੋਈ ਮਨ ਮਿਲਤਾ ਬਿਲਮਾਵੇ। ਮਨ ਨੂੰ ਮਿਲਣ ਤੋਂ ਨਾ ਦੇਰ ਕਰੋ, ਜੋੜੋ ਜੋੜੋ ਜੋੜੋ, ਜਿੰਨਾ ਜੁੜੇ ਓਨਾ ਜੋੜੋ। ਇਸੇ ਲਈ ਭਗਤ ਜੀ ਨੇ ਕਿਹਾ ਕਬੀਰ ਏਕ ਕਰੀ ਆਦਿ ਘਰੀ, ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਤੋ ਲਾਭ। ਕੋਈ ਪਤਾ ਨਹੀਂ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਦੋ ਚੀਜ਼ਾਂ ਦਾ ਪਤਾ ਨਹੀਂ, ਇਸ ਮਨ ਦਾ ਕੋਈ ਪਤਾ ਨਹੀਂ। ਲੋਕ ਜੰਮਣ ਦਾ ਪਤਾ ਲਾ ਲੈਂਦੇ ਨੇ, ਸਿਆਣੀਆਂ ਦਾਈਆਂ ਨਰਸਾਂ ਬੀਬੀ ਦੀ ਹਾਲਤ ਦੇਖ ਕੇ ਕਹਿ ਦਿੰਦੀਆਂ ਇੰਨੇ ਘੰਟਿਆਂ ਵਿੱਚ ਜਨਮ ਲੈ ਲਏਗਾ। ਮਰੀਜ਼ ਨੂੰ ਨਬਜ਼ ਦੇਖ ਕੇ ਡਾਕਟਰ ਕਈ ਵਾਰੀ ਕਹਿੰਦੇ ਜੀ ਇਹ ਇੰਨੇ ਘੰਟੇ ਕੱਢੇਗਾ, ਪਰ ਇਸ ਮਨ ਦਾ ਕੋਈ ਪਤਾ ਨਹੀਂ। ਕਦੋਂ ਮਨ ਬੈਰਾਗ ਵਿੱਚ ਆ ਜਾਏ, ਕਦੋਂ ਮਨ ਨੂੰ ਕੋਈ ਚੰਗੀ ਸਿਹਤ ਤੇ ਪ੍ਰੇਰਨਾ ਮਿਲ ਜਾਏ। ਇਸ ਲਈ ਭਗਤ ਜੀ ਕਹਿੰਦੇ ਨੇ ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਭਇਆ ਤੇ ਸੋ ਸੱਚ ਪਾਵੇ। ਤੇ ਜਿਸ ਨੂੰ ਇਹ ਰੰਗ ਚੜ੍ਹ ਗਿਆ, ਜਿਹੜਾ ਮਗਨ ਹੋ ਗਿਆ, ਉਹ ਫਿਰ ਉਸ ਸੱਚ ਨੂੰ ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਤੇ ਜਿਹੜਾ ਸੱਚ ਨਾਲ ਜੁੜ ਜਾਂਦਾ ਉਹ ਫਿਰ ਸੱਚੇ ਦਾ ਰੂਪ ਹੋ ਜਾਂਦਾ। ਉਹ ਫਿਰ ਕਦੇ ਉਸ ਤੋਂ ਵਿਛੜਦਾ ਨਹੀਂ, ਉਹ ਫਿਰ ਉਸ ਰਸ ਨੂੰ ਛੱਡਦਾ ਨਹੀਂ। ਸੋ ਭਗਤ ਜੀ ਨੇ ਇਹਨਾਂ ਤਿੰਨਾਂ ਹੀ ਸ਼ਲੋਕਾਂ ਵਿੱਚ ਸਾਨੂੰ ਪ੍ਰੇਰਨਾ ਕੀਤੀ ਹੈ। ਬੱਬੇ ਭੱਬੇ ਅਤੇ ਮੰਮੇ ਅੱਖਰ ਤੋਂ ਭਾਈ ਸਿੱਖਿਆ ਲਈਏ, ਪ੍ਰੇਰਨਾ ਲਈਏ ਔਰ ਇਸ ਮਨ ਨੂੰ ਚੰਗੇ ਪਾਸੇ ਜੋੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।